हाँ जी। बहुत ही सत्कारयोग बेरोजगार ईटी टैट पास अध्यापक साथियों, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਲਿੰਕ ਨੂੰ ਸ਼ੇਅਰ ਕਰ ਦਿਓ ਸਾਰੇ ਗਰੁੱਪਾਂ ਦੇ ਵਿੱਚ, ਤਾਂ ਜੋ ਆਪਾਂ ਸਾਰੇ ਸਾਥੀਆਂ ਨਾਲ ਗੱਲਬਾਤ ਜਿਹੜੀ ਹੈ ਉਹ ਕਰ ਸਕੀਏ। ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰੇਕ ਗਰੁੱਪ ਦੇ ਵਿੱਚ। ਮੈਸੇਜ ਜਿਹੜਾ ਹੈ, ਆਪਣਾ ਲਿੰਕ ਜਿਹੜਾ ਹੈ ਉਹ ਪਹੁੰਚ ਜਾਏ। ਸਾਥੀਓ, ਆਵਾਜ਼ ਸਹੀ ਆ ਰਹੀ ਹੈ ਜੀ? ਸੋ ਸਾਥੀ 60-70 ਦੇ ਕਰੀਬ ਸਾਥੀ ਆਪਣੇ ਜੁੜ ਚੁੱਕੇ ਨੇ। ਤਾਂ ਸਾਥੀਓ, ਵੱਧ ਤੋਂ ਵੱਧ ਸ਼ੇਅਰ ਕਰੋ, ਸਾਰਿਆਂ ਤੱਕ ਮੈਸੇਜ ਪਹੁੰਚਾਓ, ਤਾਂ ਜੋ ਆਪਾਂ ਗੱਲਬਾਤ ਜਿਹੜੀ ਹੈ ਸ਼ੁਰੂ ਕਰ ਸਕੀਏ। ਨਵੇਂ ਸਾਥੀ ਜਿਹੜੇ ਜੁੜੇ ਆ ਹੁਣ, ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤਾਂ ਸਾਥੀਓ, ਆਪਾਂ ਗੱਲ ਸ਼ੁਰੂਆਤ ਕਿ ਪਿੱਛੇ ਘੱਟੋ ਘੱਟ 10-12 ਦਿਨ ਹੋ ਚੱਲੇ ਨੇ ਲਾਈਵ ਹੋਏ ਸੀਗੇ। ਤਾਂ ਸਾਥੀਓ, ਤੁਹਾਨੂੰ ਪਤਾ ਹੀ ਹੈ ਵੀ ਆਪਣੇ ਜਿਹੜੇ ਅਹਿਮ ਮੁੱਦੇ ਹੋਣ, ਜਿਹੜੇ ਆ ਆਪਣੀਆਂ ਭਰਤੀਆਂ, ਚਾਹੇ ਉਹ 6635 ਹੈ, 2364 ਹੈ, ਚਾਹੇ ਉਹ ਨਵੀਂ ਭਰਤੀ ਦਾ ਆਪਾਂ ਨੋਟੀਫਿਕੇਸ਼ਨ ਲੈਣਾ ਜਿਹੜਾ। ਤਾਂ ਸਭ ਤੋਂ ਪਹਿਲਾਂ ਸਾਥੀਓ ਗੱਲ ਆ ਜਾਂਦੀ ਹੈ ਵੀ ਆਪਣੀ ਭਰਤੀਆਂ ਨੂੰ ਕੰਪਲੀਟ ਕਰਾਉਣ ਦੀ। ਚੋਣ ਜਾਬਤਾ ਲੱਗਿਆ, ਇਲੈਕਸ਼ਨ ਹੋਇਆ, ਇਲੈਕਸ਼ਨ ਤੋਂ ਬਾਅਦ ਹੁਣ ਅਜੇ ਜਿਹੜਾ ਰਿਜ਼ਲਟ ਹੈ ਉਹ ਅਜੇ ਡਿਕਲੇਅਰ ਨਹੀਂ ਹੋਇਆ। ਚਲੋ ਸਰਕਾਰਾਂ ਵੀ ਆਉਣਗੀਆਂ, ਤਾਂ ਉਸ ਤੋਂ ਬਾਅਦ ਆਪਾਂ ਫਿਰ ਉਹ ਸਰਕਾਰਾਂ ਦੇ ਨਾਲ ਵੀ ਜਿਹੜਾ ਹੈ ਉਹ ਰਾਬਤਾ ਬਣਾ ਕੇ ਆਪਣੀਆਂ ਭਰਤੀਆਂ ਨੂੰ ਕੰਪਲੀਟ ਕਰਾਉਣਾ, ਜਾਂ ਆਪਣੇ ਕੋਰਟ ਦੇ ਵਿੱਚ ਜਿਹੜੀਆਂ ਭਰਤੀਆਂ ਲਮਕੀਆਂ ਹੋਈਆਂ ਨੇ, ਸੋ ਉਹਨਾਂ ਨੂੰ ਕੋਰਟ ਦੇ ਥਰੂ ਹੀ ਆਪਾਂ ਜਿਹੜਾ ਉਹਨਾਂ ਦਾ ਹੱਲ ਕਰਾਉਣਾ। ਉਸ ਬਾਰੇ ਤਾਂ ਆਪਣੀ ਜਿਹੜੀ ਜੰਗ ਹੈ ਉਹ ਚੱਲ ਰਹੀ ਹੈ। ਤਾਂ ਸਾਥੀਓ, ਕਿਉਂਕਿ ਅੱਜ 10-12 ਦਿਨ ਹੋ ਚੱਲੇ ਨੇ, ਜੋ ਲਾਈਵ ਦੇ ਵਿੱਚ ਆਪਾਂ ਕਿਹਾ ਸੀਗਾ ਕਿ ਆਪਾਂ ਭਰਤੀਆਂ ਜਿਹੜੀਆਂ ਉਹ ਕੰਪਲੀਟ ਕਰਾਉਣੀਆਂ, ਤਾਂ ਉਸ ਦੇ ਵਿੱਚ ਕੋਰਟ ਦੇ ਵਿੱਚ ਜਿਹੜੇ ਐਡਵੋਕੇਟ ਕਰੇ ਹੋਏ ਆ, ਉਹਨਾਂ ਦੀ ਫੀਸ, ਰਾਜਸਥਾਨ ਵਾਲਿਆਂ ਦਾ ਸਾਥ ਦੇਣਾ। ਤਾਂ ਸਾਥੀਓ, ਜਿੰਨੇ ਜੋਗੇ ਆਪਾਂ ਹੋ ਸਕੇ ਸੀ, ਜੋ ਤੁਸੀਂ ਫੰਡ ਯੂਨੀਅਨ ਵੱਲੋਂ ਯੂਨੀਅਨ ਨੂੰ ਜਿਹੜਾ ਦਿੱਤਾ ਸੀਗਾ, ਉਹਨਾਂ ਤੱਕ ਆਪਾਂ ਜਿਹੜਾ ਆਦੇ ਯੂਨੀਅਨ ਵੱਲੋਂ, ਪੰਜਾਬ ਦੇ ਵੱਲੋਂ ਤੁਹਾਡੇ ਸਾਹਮਣੇ ਹੈ, ਜਿਹੜਾ ਸਕਰੀਨਸ਼ਾਟ ਵੀ ਭੇਜੇ ਸੀਗੇ, ਆਪਾਂ ਉਹਨਾਂ ਨੂੰ ਫੰਡ ਜਿਹੜਾ ਡਿਪੋਜ਼ਿਟ ਕਰਵਾਇਆ ਰਾਜਸਥਾਨ ਵਾਲੇ ਆਪਣੇ ਸਾਥੀਆਂ ਨੂੰ। ਤੇ ਦੂਸਰੇ ਪਾਸੇ ਆਪਣੇ ਕੋਈ ਸਾਥੀ ਸਿੱਧੇ ਤੌਰ ਤੇ ਜਿਨ੍ਹਾਂ ਨੇ ਰਾਜਸਥਾਨ ਵਾਲੇ ਜਿਹੜੇ BSTC ਵਾਲੇ ਸਾਥੀ ਹੈਗੇ ਨੇ, ਉਹਨਾਂ ਨੇ ਫੰਡ ਜਿਹੜਾ ਹੈ ਉਹਨਾਂ ਨੂੰ ਭੇਜਿਆ ਸੀਗਾ। ਤਾਂ ਉਹਨਾਂ ਸਾਥੀਆਂ ਨੂੰ ਵੀ ਸ਼ਾਬਾਸ਼ ਏ, ਤੇ ਜਿਨ੍ਹਾਂ ਨੇ ਯੂਨੀਅਨ ਦੇ ਵਿੱਚ ਅਕਾਊਂਟ ਦੇ ਵਿੱਚ ਫੰਡ ਪਾਇਆ ਸੀਗਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਾਂ ਸਾਥੀਓ, ਗੱਲ ਇਹ ਹੈ ਕਿ ਤੁਸੀਂ ਵੀ ਸੋਚੋਗੇ ਕਿ ਪ੍ਰਧਾਨ ਹੁਣ ਲਾਈਵ ਹੁੰਦਾ ਹੈ ਤੇ ਸਿਰਫ ਇੱਕ ਫੰਡ ਦੀ ਜਿਹੜੀ ਉਹ ਗੱਲਬਾਤ ਕੀਤੀ ਜਾਂਦੀ ਹੈ, ਵੀ ਹੋਰ ਕੋਈ ਗੱਲ ਨਹੀਂ ਹੁੰਦੀ। ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਗੱਲ ਦੱਸ ਦਿਆਂ ਕਿ ਜਦੋਂ
ਆਪਾਂ ਸੰਘਰਸ਼ ਵਿੱਢਿਆ ਸੀਗਾ, ਚਾਹੇ ਆਪਾਂ ਕੋਈ ਪ੍ਰੋਟੈਸਟ ਕਰਨਾ ਹੋਵੇ ਤਾਂ ਉਸ ਦੀ ਆਪਾਂ ਤਰੀਕ ਰੱਖਦੇ ਸੀ ਤੇ ਤੁਹਾਡੇ ਤੱਕ ਮੈਸੇਜ ਪਹੁੰਚਾਉਣਾ ਅਸੀਂ ਤੁਹਾਨੂੰ ਅਨਾਉਂਸ ਕਰਦੇ ਸੀਗੇ, ਮੋਟੀਵੇਟ ਕਰਦੇ ਸੀਗੇ ਵੀ ਆਪਾਂ ਜਿਹੜੀ ਆ ਉਹ ਜੰਗ ਜਿੱਤਣੀ ਹੈ। ਤਾਂ ਸਾਥੀਓ, ਹੁਣ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਕੋਰਟ ਦੇ ਵਿੱਚ, ਚਾਹੇ ਉਹ ਸੁਪਰੀਮ ਕੋਰਟ ਵਾਲਾ ਹੈ ਚਾਹੇ ਹਾਈ ਕੋਰਟ ਵਾਲਾ ਹੈ, ਕਿਉਂਕਿ ਸਰਕਾਰਾਂ ਮੌਜੂਦਾ ਹੈ ਹੀ ਨਹੀਂ, ਤਾਂ ਜੋ ਕੋਰਟ ਦੇ ਵਿੱਚ ਆਪਣਾ ਮੈਟਰ ਚੱਲ ਰਿਹਾ ਹੈ ਤਾਂ ਆਪਾਂ ਉਸ ਬਾਰੇ ਹੀ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹਾਂ। ਕਿਉਂਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਆਪਾਂ ਚਲਿਏ ਤਰੀਕ ਅਨਾਉਂਸ ਕਰੀ ਹੋਈ ਹੈ ਤੇ ਪ੍ਰੋਟੈਸਟ ਕਰੀਏ। ਤਾਂ ਹੁਣ ਤਾਂ ਵੱਧ ਤੋਂ ਵੱਧ ਜਿਹੜੀ ਹੈ ਉਹ ਜ਼ੋਰ ਜਿਹੜਾ ਆਪਾਂ ਕੋਰਟ ਰਾਹੀਂ, ਐਡਵੋਕੇਟ ਰਾਹੀਂ ਜਿਹੜੀ ਹੈ ਉਹਨਾਂ ਦੀ ਆਪਾਂ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ, ਹਾਈ ਕੋਰਟ ਦੇ ਚਾਹੇ ਐਡਵੋਕੇਟ ਨੇ ਚਾਹੇ ਆਪਣੇ ਸੁਪਰੀਮ ਕੋਰਟ ਦੇ, ਕਿਉਂਕਿ ਰਾਜਸਥਾਨ ਜਿਹੜਾ ਹੈ ਉਹ ਬਹੁਤ ਵਧੀਆ ਡਿਫੈਂਡ ਕਰ ਰਹੇ ਨੇ। ਸੁਪਰੀਮ ਕੋਰਟ ਦੇ ਵਿੱਚ ਆਪਣੇ ਸਾਥੀ, ਗੱਲਬਾਤ ਉਹਨਾਂ ਨਾਲ ਹੁੰਦੀ ਰਹਿੰਦੀ ਹੈ। ਤਾਂ ਸਾਥੀਓ, ਗੱਲ ਕਰੀਏ ਵੀ ਜਿਹੜੀ ਆਪਣੀ ਸੁਪਰੀਮ ਕੋਰਟ ਦੇ ਵਿੱਚ 22 ਤਰੀਕ ਦੀ ਜਿਹੜੀ ਹੀਅਰਿੰਗ ਹੋਈ ਸੀਗੀ, ਪਰੰਤੂ ਉਸ ਤੋਂ ਬਾਅਦ ਕੋਈ ਆਪਾਂ ਨੂੰ ਤਰੀਕ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਅਨਾਉਂਸ ਨਹੀਂ ਕੀਤੀ ਗਈ। ਤਾਂ ਜੱਜ ਸਾਹਿਬ ਵੱਲੋਂ ਨੈਕਸਟ ਵੀਕ ਬਾਰੇ ਜਿਹੜਾ ਉਹ ਕਿਹਾ ਗਿਆ ਕਿ ਅਗਲੀ ਤਰੀਕ ਦੇ ਵਿੱਚ ਜਿਹੜਾ ਹੈ ਇਸ ਦਾ ਫੈਸਲਾ ਜਿਹੜਾ ਉਹ ਅਸੀਂ ਦੱਸਾਂਗੇ। ਤਾਂ ਸਾਥੀਓ, ਉਸ ਦੀ ਤਰੀਕ ਹਜੇ ਤੱਕ ਜਿਹੜੀ ਹੈ ਸਹੀ ਡਿਕਲੇਅਰ ਜਿਹੜੀ ਉਹ ਨਹੀਂ ਹੋਈ, ਤਾਂ ਸ਼ਾਇਦ ਕੱਲ ਤੱਕ ਆਪਾਂ ਨੂੰ ਉਸ ਬਾਰੇ ਜਿਹੜਾ ਉਹ ਮੈਸੇਜ ਜਿਹੜਾ ਉਹ ਲੱਗ ਜਾਊਗਾ। ਤਾਂ ਜਦੋਂ ਇਹ ਸਾਥੀਓ ਇਹ ਗੱਲ ਤੁਹਾਨੂੰ ਦੱਸ ਦਈਏ ਕਿ ਕੋਈ ਜ਼ਿਆਦਾ ਲੰਬੀਆਂ ਜਿਹੜੀਆਂ ਤਰੀਕਾਂ ਇਹਦੇ ਤੇ ਨਹੀਂ ਪੈਣਗੀਆਂ ਆਪਣੀਆਂ, ਤਾਂ ਪਰ ਨਾਲ ਦੀ ਨਾਲ ਹੀ ਜਿਹੜੀ ਹੈ ਉਹ ਆਪਾਂ ਨੂੰ ਤਰੀਕਾਂ ਜਿਹੜੀਆਂ ਜਲਦੀ ਬਾਅਦ ਜਲਦੀ ਜਿਹੜੀ ਹੈ ਤਰੀਕ ਜਿਹੜੀ ਹੈ ਉਹ ਆਪਾਂ ਨੂੰ ਅਨਾਉਂਸ ਜਿਹੜੀ ਹੈ ਹੋ ਸਕਦੀ ਹੈ। ਤਾਂ ਸਾਥੀਓ, ਇਸ ਲਈ ਆਪਾਂ ਨੂੰ ਫੰਡ ਦੀ ਵੀ ਜ਼ਰੂਰਤ ਹੈ। ਜਦੋਂ ਇੱਕ ਵਾਰ ਹੀਅਰਿੰਗ ਹੋਈ ਤਾਂ ਨਾਲ ਦੀ ਜਲਦੀ ਦੀ ਜਲਦੀ ਜਿਹੜੀ ਹੈ ਹੀਅਰਿੰਗ ਫਿਰ ਆਪਾਂ ਨੂੰ ਜਿਹੜੀ ਹੈ ਮਿਲੂਗੀ, ਅਗਲੀ ਤਰੀਕ ਜਿਹੜੀ ਮਿਲੂਗੀ। ਉਸ ਲਈ ਇੱਕ ਅਲੱਗ ਤੌਰ ਤੇ ਫਿਰ ਦੁਬਾਰਾ ਆਪਾਂ ਨੂੰ ਨਵੇਂ ਤੌਰ ਤੇ ਐਡਵੋਕੇਟ ਨੂੰ ਜਿਹੜਾ ਹੈ ਉਹ ਫੰਡ ਜਿਹੜਾ ਹੈ, ਪੈਸੇ ਜਿਹੜੇ ਹੈ, ਡਿਪੋਜ਼ਿਟ ਜਿਹੜੇ ਆ ਉਹਨਾਂ ਨੂੰ ਕਰਾਉਣੇ ਪੈਂਦੇ ਆ। ਤਾਂ ਸਾਥੀਓ, ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ, ਨਵੇਂ ਅਕਾਊਂਟ ਦੀ ਵੀ ਜਿਹੜੀ ਹੈ ਉਹ ਗੱਲ ਚੱਲੀ ਸੀਗੀ, ਪਰੰਤੂ ਹਜੇ ਤੱਕ ਜਿਹੜਾ ਹੈ ਉਸ ਤੇ ਜਿਹੜੀ ਉਹ ਕਲੀਅਰਨੈਸ ਜਿਹੜੀ ਉਹ ਨਹੀਂ ਹੋਈ, ਕਿਉਂਕਿ ਕੁਝ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਜ਼ਰੂਰੀ ਜਿਹੜੇ ਉਹ ਹੋਣ ਦੇ ਕਰਕੇ ਮੀਟਿੰਗ ਜਿਹੜੀ ਹੈ ਸਟੇਟ ਦੀ ਉਹ ਨਹੀਂ ਹੋ ਸਕੀ। ਅਸੀਂ ਬਹੁਤ ਜਲਦ ਜਿਹੜੀ ਹੈ ਸਟੇਟ ਦੀ ਮੀਟਿੰਗ ਵੀ ਜਿਹੜੀ ਉਹ ਕਰਨ ਜਾ ਰਹੇ ਹਾਂ ਤੇ ਉਹਦੇ ਵਿੱਚ ਜਿਹੜਾ ਅਕਾਊਂਟ ਬਾਰੇ ਵੀ ਜਿਹੜੀ ਉਹ ਗੱਲਬਾਤ ਜਿਹੜੀ ਉਹ ਹੋਊਗੀ। ਪਰ ਸਾਥੀਓ, ਤੁਹਾਡੇ ਸਾਹਮਣੇ ਮੈਂ ਇੱਕ ਗੱਲ ਰੱਖਣਾ ਚਾਹਣਾ ਕਿ ਜਿਹੜਾ ਪਿਛਲਾ ਫੰਡ ਜਿਹੜਾ ਆਪਾਂ ਰਾਜਸਥਾਨ ਨੂੰ ਡਿਪੋਜ਼ਿਟ ਕਰਵਾਇਆ ਹੈ, ਜੇ ਸਿੱਧੇ ਤੌਰ ਤੇ ਜਿਹੜਾ ਕਰਵਾਇਆ ਹੈ, ਚਲੋ ਕੁਝ ਸਾਥੀਆਂ ਨੇ ਸਿੱਧੇ ਤੌਰ ਤੇ ਕਰਵਾਤਾ, ਕੁਝ ਯੂਨੀਅਨ ਦੇ ਥਰੂ ਜਿਹੜਾ ਹੈ ਉਹ ਆਪਣਾ ਫੰਡ ਗਿਆ। ਪਰ ਇੱਕ ਗੱਲ ਮੈਂ ਤੁਹਾਨੂੰ ਇੱਥੇ ਸਾਥੀਓ ਦੱਸ ਦਿਆਂ ਕਿ ਜਿਹੜਾ ਫੰਡ ਆਪਣਾ ਯੂਨੀਅਨ ਥਰੂ ਆਪਣੇ ਰਾਜਸਥਾਨ ਵਾਲੇ ਸਾਥੀ ਉਹਨਾਂ ਤੱਕ ਜਿਹੜਾ ਪਹੁੰਚਿਆ, ਤਾਂ ਸਾਥੀਓ ਉਹ ਪੰਜਾਬ ਦੇ ਵਿੱਚ ਜਿਹੜਾ ਹੈ ਇੱਕ ਪੰਜਾਬ ਦੇ ਵੱਲੋਂ ਜਿਹੜੀ ਹੈ ਉਹ ਹੈਲਪ ਜਿਹੜੀ ਹੈ ਉਹ ਗਿਣੀ ਗਈ ਹੈ ਵੀ ਸਾਡੇ ਕੋਲ 2 ਲੱਖ ਜਾਂ ਉਸ ਤੋਂ ਉੱਪਰ ਕੁਝ ਪਹੁੰਚਿਆ। ਪਰ ਜਿਹੜੇ ਅਲੱਗ-ਅਲੱਗ ਤੌਰ ਤੇ ਆਪਾਂ ਉਹਨਾਂ ਨੂੰ ਫੰਡ ਭੇਜਿਆ ਗਿਆ ਉਸ ਦੀ ਵਿੱਚ ਕੋਈ ਗਿਣਤੀ ਦੇ ਵਿੱਚ ਆਪਣਾ ਫੰਡ ਜਿਹੜਾ ਹੈ ਉਹ ਨਹੀਂ ਆਇਆ। ਤਾਂ ਮੇਰੀ ਇੱਕ ਬੇਨਤੀ ਹੈ ਸਾਥੀਓ ਕਿ ਆਪਣਾ ਅਕਾਊਂਟ ਜਿਹੜਾ ਨਵਾਂ ਜਿਹੜਾ ਹਜੇ ਤੱਕ ਉਹ ਨਹੀਂ ਖੁੱਲਿਆ, ਪਰ ਆਪਣਾ ਪੁਰਾਣਾ ਅਕਾਊਂਟ ਜਿਹੜਾ ਉਹ ਸਾਰੇ ਹੀ ਸਾਥੀਆਂ ਕੋਲ ਜਿਹੜਾ ਪਹੁੰਚਿਆ ਹੋਇਆ, ਨਿਰਮਲ ਸਿੰਘ ਨਾਮ ਦੇ ਜਿਹੜਾ ਅਕਾਊਂਟ ਜਿਹੜਾ ਉਹ ਆਪਣਾ ਚੱਲ ਰਿਹਾ। ਤਾਂ ਸਾਥੀਓ, ਜੇ ਆਪਾਂ ਭਰਤੀਆਂ ਨੂੰ ਬਚਾਉਣਾ ਹੈ, NCT ਦੇ ਰੂਲਾਂ ਨੂੰ ਜਿਹੜਾ ਹੈ ਉਹ ਰੱਦ ਜਿਹੜਾ ਉਹ ਕਰਵਾਉਣਾ ਹੀ ਪੈਣਾ ਹੈ। ਤੇ ਨਾਲ ਦੀ ਨਾਲ ਸਾਥੀਓ, ਤੁਹਾਨੂੰ ਮੈਂ ਇੱਕ ਹੀ ਗੱਲ ਕਰਦਿਆਂ ਕਿ ਹੁਣ ਫੰਡ ਜਿਹੜਾ ਹੈ ਸਿੱਧੇ ਪਹੁੰਚਾਉਣ ਦੀ ਬਜਾਏ ਵੀ ਆਪਾਂ ਦੇ ਯੂਨੀਅਨ ਦੇ ਥਰੂ ਜਿਹੜਾ ਹੈ ਉਹ ਫੰਡ ਦੀ ਜਿਹੜਾ ਉਹ ਹੈਲਪ ਕਰੀਏ। ਆਪਾਂ ਨੂੰ ਸਾਥੀਓ ਇਕੱਲੇ 6635 ਦੇ ਸੁਪਰੀਮ ਕੋਰਟ ਦੇ ਵਿੱਚ ਫੰਡ ਦੀ ਹੀ ਜ਼ਰੂਰਤ ਨਹੀਂ, ਆਪਾਂ ਨੂੰ ਆਪਦੇ ਹਾਈ ਕੋਰਟ ਦੇ ਵਿੱਚ ਵੀ ਜਿਹੜੇ ਆਪਾਂ ਨਵੇਂ ਐਡਵੋਕੇਟ ਕਰੇ ਆ 2364 ਦੀ ਭਰਤੀ ਨੂੰ ਬਹਾਲ ਕਰਾਉਣ ਵਾਸਤੇ, ਉਸ ਲਈ ਵੀ ਫੰਡ ਦੀ ਜਿਹੜੀ ਹੈ ਜ਼ਰੂਰਤ ਹੈ। ਸਾਰਾ ਦਿਨ ਜਿਹੜੇ ਹੈ
ਸਾਥੀਆਂ ਦੇ 2364 ਵਾਲਿਆਂ ਦੇ ਵੀ ਫੋਨ ਆਉਂਦੇ ਆ। 6635 ਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਪਣਾ ਜਿਹੜਾ ਉਹ ਸਾਰਿਆਂ ਦੇ ਲਈ, ਚਾਹੇ ਉਹ 2364 ਪੋਸਟ ਹੈ ਚਾਹੇ 6635 ਹੈ, ਤੇ ਨਵੀਂ ਭਰਤੀ ਵੀ ਜਿਹੜੀ ਲੈਣੀ ਹੈ ਉਸ ਬਾਰੇ ਵੀ ਜਿਹੜਾ ਉਹ ਸੰਘਰਸ਼ ਸਮਝੋ ਆਪਣੇ ਸੁਪਰੀਮ ਕੋਰਟ ਦੇ ਵਿੱਚ ਐਨਸੀਟੀ ਦੇ ਰੂਲਾਂ ਨੂੰ ਰੱਦ ਕਰਵਾਉਣ ਵਾਸਤੇ ਜਿਹੜਾ ਉਹ ਲੱਗਿਆ ਹੋਇਆ ਹੈ। ਪਰ ਜਿਹੜੀ ਭਰਤੀ ਨੂੰ ਆਪਾਂ ਬਹਾਲ ਕਰਾਉਣਾ 2364 ਨੂੰ, ਉਸ ਦੇ ਵਾਸਤੇ ਵੀ ਸਾਥੀਓ ਆਪਾਂ ਨੂੰ ਫੰਡ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ। ਵੱਧ ਤੋਂ ਵੱਧ ਫੰਡ ਜਿਹੜਾ ਹੈ ਉਹ ਆਪਣਾ ਜਿਹੜਾ ਪੁਰਾਣਾ ਅਕਾਊਂਟ ਜਿਹੜਾ ਉਹ ਚੱਲ ਰਿਹਾ ਆਪਣਾ ਕਾਫੀ ਲੰਮੇ ਸਮੇਂ ਤੋਂ ਨਿਰਮਲ ਜੀਰੇ ਦੇ ਨਾਮ ਤੇ ਅਕਾਊਂਟ ਜਿਹੜਾ ਚੱਲ ਰਿਹਾ ਹੈ, ਤਾਂ ਸਾਥੀਓ ਉਸ ਦੇ ਵਿੱਚ ਹੈਲਪ ਕਰੋ ਯੂਨੀਅਨ ਦੀ। ਜੇ ਵਾਧੂ ਫੰਡ ਹੋਊਗਾ ਤਾਂ ਹੀ ਆਪਾਂ ਅੱਗੇ ਜਿਹੜੇ ਉਹ ਚੱਲ ਪਾਵਾਂਗੇ। ਹੁਣ ਜੰਗ ਜਿਹੜੀ ਹੈ ਉਹ ਸਿਰਫ ਇੱਕ ਪੈਸੇ ਦੀ ਤੇ ਵਕੀਲਾਂ ਦੀ ਤੇ ਜੰਗ ਲੜਨ ਦੀ ਜਿਹੜੀ ਹੈ ਉਹ ਕੋਰਟ ਦੇ ਵਿੱਚ ਜਿਹੜੀ ਉਹ ਰਹਿ ਗਈ ਹੈ, ਜਿੰਨੀ ਦੇਰ ਤੱਕ ਸਰਕਾਰਾਂ ਜਿਹੜੀਆਂ ਉਹ ਨਹੀਂ ਬਣਦੀਆਂ। ਇਸ ਲਈ ਸਾਰੇ ਸਾਥੀਆਂ ਨੂੰ ਬੇਨਤੀ ਹੈ, ਮੈਂ ਉਸ ਦਿਨ ਵੀ ਲਾਈਵ ਹੋ ਕੇ ਹੀ ਕਿਹਾ ਸੀਗਾ ਕਿ ਵੱਧ ਤੋਂ ਵੱਧ ਫੰਡ ਜਿਹੜਾ ਹੈ ਉਹ ਆਪਣੇ ਅਕਾਊਂਟ ਦੇ ਵਿੱਚ ਜਿਹੜਾ ਪੰਜਾਬ ਦਾ ਆਪਣਾ ਅਕਾਊਂਟ ਚੱਲ ਰਿਹਾ ਨਿਰਮਲ ਜੀਰੇ ਦੇ ਨਾਮ ਤੇ, ਉਸ ਦੇ ਵਿੱਚ ਜਿਹੜਾ ਡਿਪੋਜ਼ਿਟ ਕਰਾਇਆ ਜਾਵੇ। ਸਿੱਧੇ ਤੌਰ ਤੇ ਇੱਕ ਵਾਰ ਫੰਡ ਜਿਹੜਾ ਹੈ ਉਸ ਨੂੰ ਬੰਦ ਕੀਤਾ ਜਾਵੇ। ਆਪਾਂ ਜੋ ਫੰਡ ਦੇਵਾਂਗੇ ਤੁਹਾਡੇ ਸਾਹਮਣੇ ਸਾਰੀ ਉਹੀ ਗਿਣਤੀ ਕਰਕੇ ਜਿੰਨਾ ਆਪਣੇ ਕੋਲ ਫੰਡ ਆਇਆ ਹੋਊਗਾ ਉਹਦੇ ਵਿੱਚ ਆਪਾਂ 2364 ਦਾ ਵੀ ਹੱਲ ਕਰਾਉਣਾ, ਕਿਉਂਕਿ ਸਾਥੀ ਜਦੋਂ ਸਿੱਧੇ ਤੌਰ ਤੇ ਫੰਡ ਚਲਾ ਜਾਂਦਾ ਤੇ ਆਪਣੇ ਜਿਹੜੇ ਪੰਜਾਬ ਦੇ ਕੰਮ ਕਰਨ ਵਾਲੇ ਜਿਹੜੇ ਉਹ ਉੱਥੇ ਦੇ ਉੱਥੇ ਜਿਹੜਾ ਹੈ ਉਹ ਰੁਕ ਜਾਂਦੇ ਆ। ਸੋ ਇਸ ਲਈ ਤਾਂ ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ ਵੀ ਇੱਕ ਵਾਰ ਸਿੱਧੇ ਤੌਰ ਤੇ ਫੰਡ ਭੇਜਣ ਦੀ ਬਜਾਏ ਤੁਸੀਂ ਆਪਣੇ ਪੰਜਾਬ ਦੇ ਜਿਹੜਾ ਅਕਾਊਂਟ ਜਿਹੜਾ ਚੱਲ ਰਿਹਾ ਹੈ ਉਸ ਅਕਾਊਂਟ ਦੇ ਵਿੱਚ ਯੂਨੀਅਨ ਦਾ ਜਿਹੜਾ ਅਕਾਊਂਟ ਚੱਲ ਰਿਹਾ ਉਸ ਦੇ ਉਹ ਵਿੱਚ ਜਿਹੜਾ ਉਹ ਤੁਸੀਂ ਸਾਰਾ ਜਿਹੜਾ ਫੰਡ ਜਿਹੜਾ ਉਹ ਕਲੈਕਟ ਕਰਨਾ ਹੈ, ਉਹਦੇ ਵਿੱਚ ਡਿਪੋਜ਼ਿਟ ਕਰਾਉਣਾ ਹੈ। ਕਿਉਂਕਿ ਆਪਾਂ ਨੂੰ ਸਾਰੀ ਜਿਹੜੀ ਪਤਾ ਚੱਲੂਗਾ ਵੀ ਆਪਣੇ ਕੋਲ ਜੇ ਇੰਨਾ ਫੰਡ ਹੈਗਾ ਜਿਹੜਾ ਆਪਣਾ ਫੰਡ ਹੈਗਾ 2364 ਵਾਸਤੇ 3.25 ਲੱਖ ਜਿਹੜਾ ਹੈ ਉਹ ਦੇਣਾ ਹੈ ਆਪਾਂ, ਜਿੰਦੇ 'ਚ 1.5 ਲੱਖ ਰੁਪਈਆ ਜਿਹੜਾ ਅਜੇ ਤੱਕ ਸਿਰਫ ਆਪਾਂ ਵਕੀਲ ਨੂੰ ਦਿੱਤਾ ਹੈ। ਤਕਰੀਬਨ 2.25 ਲੱਖ ਰੁਪਈਆ ਜੇਕਰ ਵਕੀਲ ਕੋਲ ਪਹੁੰਚੂਗਾ ਫਿਰ ਜਾ ਕੇ ਜਿਹੜੀ ਹੈ ਉਹ ਆਪਣਾ ਕੇਸ ਜਿਹੜਾ ਉਹ ਲੱਗ ਪਾਊਗਾ। ਸੋ ਸਾਥੀਓ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੀ ਆਪਾਂ ਜਿਹੜੀ ਫੰਡ ਦੀ, ਤਾਂ ਕਰਕੇ ਅੱਜ ਜਿਹੜਾ ਮੈਂ ਉਹ ਲਾਈਵ ਹੋ ਕੇ, ਕਿਉਂਕਿ ਕਾਫੀ ਦਿਨ ਹੋ ਗਏ ਨੇ, ਸਿਰਫ ਜਿਹੜਾ ਪਿਛਲਾ ਮੈਂ ਲਾਈਵ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਸਿਰਫ 50,000 ਫੰਡ ਜਿਹੜਾ ਉਹ ਪਿਆ ਸੀਗਾ, ਕੁਝ ਬਕਾਇਆ ਬਚਦਾ ਸੀਗਾ, ਕੁਝ ਹੋਰ ਸਾਥੀਆਂ ਨੇ ਫੰਡ ਜਿਹੜਾ ਗੁਰਦਾਸਪੁਰ ਤੋਂ ਰਾਜ ਸੁਖਵਿੰਦਰ ਨੇ ਕਲੈਕਟ ਕਰਿਆ ਹੋਇਆ ਸੀਗਾ, ਉਹ ਸਾਰਾ ਫੰਡ ਕਲੈਕਟ ਕਰਕੇ ਜਿਹੜਾ ਹੈ 2 ਲੱਖ ਦੇ ਕਰੀਬ ਜਿਹੜਾ ਹੈ ਉਹ ਆਪਾਂ ਫੰਡ ਜਿਹੜਾ ਹੈ ਉਹ ਰਾਜਸਥਾਨ ਵਾਲੇ ਸਾਥੀਆਂ ਨੂੰ ਜਿਹੜਾ ਉਹ ਪਹੁੰਚਾਇਆ ਸੀਗਾ। ਪਰ ਸਾਥੀਓ ਜੇਕਰ ਥੋੜਾ ਇਸ ਤਰੀਕੇ ਨਾਲ ਮੰਨ ਲਓ ਜੇ 40-50,000 ਰੁਪਈਆ ਆਪਣੇ ਪੰਜਾਬ ਦੇ ਵਿੱਚੋਂ ਇਕੱਠਾ ਹੋਇਆ ਤਾਂ ਉਹਦੇ ਨਾਲ ਆਪਣੀ ਗੱਲ ਜਿਹੜੀ ਹੈ ਉਹ ਅੱਗੇ ਨਹੀਂ ਤੁਰ ਪਾਏਗੀ। ਸੋ ਸਾਥੀਓ ਇਸ ਗੱਲ ਦਾ ਤੁਸੀਂ ਬੁਰਾ ਨਹੀਂ ਮਨਾਉਣਾ ਕਿ ਜਦੋਂ ਪ੍ਰਧਾਨ ਲਾਈਵ ਹੁੰਦਾ ਹੈ ਤਾਂ ਫੰਡ ਦੀ ਗੱਲ ਕਰਦਾ ਹੈ। ਜੇਕਰ ਫੰਡ ਨਾ ਹੋਊਗਾ ਤਾਂ ਅਸੀਂ ਕਿਸ ਤਰੀਕੇ ਨਾਲ ਲਾ ਸਕਾਂਗੇ, ਕਿਉਂਕਿ ਵਕੀਲਾਂ ਨੂੰ ਪਹਿਲਾਂ ਜਾ ਕੇ ਫੰਡ ਹੀ ਜਿਹੜਾ ਪੈਸਾ ਹੈ ਉਹ ਦੇਣਾ ਪੈਂਦਾ ਹੈ, ਫਿਰ ਜਾ ਕੇ ਗੱਲ ਜਿਹੜੀ ਹੈ ਕੇਸ ਦੀ ਅੱਗੇ ਤੁਰਦੀ ਹੈ। ਤਾਂ 2364 ਵਾਸਤੇ ਜਿਹੜੀ ਹੈ ਉਹ ਫੰਡ ਦੀ ਜਿਹੜੀ ਹੈ ਹੁਣ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਪੈ ਚੁੱਕੀ ਹੈ। ਤਾਂ ਸਾਰੇ ਸਾਥੀ ਜਿਹੜਾ ਹੈ ਉਹ ਇੱਕ ਵਾਰ ਜ਼ਰੂਰ ਜਿਹੜਾ ਹੈ ਉਹ ਫੰਡ ਦਾ ਜਿਹੜਾ ਹਮਲਾ ਜਿਹੜਾ ਉਹ ਜ਼ਰੂਰ ਮਾਰੋ। ਇੱਕ ਵਾਰੀ ਸਾਰੇ ਜਣੇ ਇਕੱਠੇ ਹੋ ਕੇ ਹਰੇਕ ਸਾਥੀ 2364 ਭਰਤੀ ਨੂੰ ਬਹਾਲ ਕਰਾਉਣਾ ਹੈ। ਜੇਕਰ 2364 ਭਰਤੀ ਉਹਦੇ ਵਿੱਚ ਆਪਣੇ ਕਾਫੀ ਸਾਥੀ ਲੱਗਦੇ ਆ ਤਾਂ ਲੋ ਮੈਟ ਵਾਲੇ ਵੀ 6635 ਦੇ ਵਿੱਚ ਜਿਹੜਾ ਹੈ ਉਹ ਲੋ ਮੈਟ ਵਾਲੇ ਵੀ ਜਿਹੜੇ ਆ ਉਹ ਆ ਜਾਣਗੇ। ਇਸ ਲਈ ਉਹ ਸਾਰਿਆਂ ਦਾ ਹੀ ਫਾਇਦਾ ਹੋਊਗਾ। ਤੇ 6635 ਵਾਸਤੇ ਜੋ ਆਪਣਾ ਰਾਜਸਥਾਨ ਦੇ ਜੋਧਪੁਰ ਦੇ ਹਾਈ ਕੋਰਟ ਦਾ ਜੋ ਫੈਸਲਾ ਹੈ ਉਸ ਦੇ ਰਿਲੇਟਡ ਜੋ ਆਪਣਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆਪਣੀ BSTC ਜਿਹੜੀ ਟੀਮ ਹੈ ਰਾਜਸਥਾਨ ਦੀ ਉਹ ਡਿਫੈਂਡ ਕਰ ਰਹੀ ਹੈ, ਤਾਂ ਉਸ ਨੂੰ ਆਪਾਂ ਹੋਰ ਵੀ ਫੰਡ ਜਿਹੜਾ ਹੈ ਉਹ ਭੇਜਣਾ ਹੈ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਇੱਕ ਵਾਰ ਵੀ ਯੂਨੀਅਨ ਦਾ ਫੰਡ ਜਿਹੜਾ ਯੂਨੀਅਨ ਦੇ ਅਕਾਊਂਟ ਦੇ ਵਿੱਚ ਜਿਹੜਾ ਉਹ ਜ਼ਰੂਰ ਭੇਜੋ, ਤਾਂ ਜੋ ਆਪਾਂ 2364 ਭਰਤੀ ਨੂੰ ਵੀ ਬਚਾ ਸਕੀਏ, 6635 ਨੂੰ ਵੀ ਜਿਹੜਾ ਉਹ ਬਚਾ ਸਕੀਏ। ਤਾਂ ਇੱਕ ਗੱਲ ਇਹ ਵੀ ਹੈ ਕਿ ਆਪਾਂ ਜਿਹੜੀ 5994 ਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਲੈਣਾ ਹੈ ਉਹ ਆਪਾਂ ਜਿਹੜੀ ਸਾਥੀਓ ਸਰਕਾਰਾਂ ਆਉਂਦੀਆਂ ਨੇ ਰੂਲ ਚੇਂਜ ਕਰਦੀਆਂ ਨੇ, ਪਰ ਨਹੀਂ ਆਪਾਂ 1 ਅਪ੍ਰੈਲ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਲੈਣਾ ਕਿ +2 ਵਾਲਿਆਂ ਨੂੰ ਆਪਣੇ ਸਾਥੀ ਜਿਹੜੇ ਹੈਗੇ ਨੇ ਉਹ ਇਸ ਦੇ ਵਿੱਚ ਜਿਹੜਾ ਉਹ ਕੰਸੀਡਰ ਹੋ ਸਕਣ। ਦੂਸਰੀ ਗੱਲ ਇਹ ਹੈ ਕੁਝ ਸਾਥੀ ਕਹਿ ਰਹੇ ਸੀ ਕਿ ਵੀ ਯੂਨੀਅਨ ਦਾ ਜਿਹੜਾ ਹਿਸਾਬ ਹੈ ਉਹ ਲੈਣਾ ਹੈ, ਤਾਂ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਘੱਟੋ ਘੱਟ ਵੀ 300-400
ਸਟੇਟਮੈਂਟਾਂ ਦਾ ਜਿਹੜਾ ਪੇਜ ਹੈਗੇ ਨੇ ਉਹ ਬੈਂਕ ਦੇ ਵਿੱਚੋਂ ਲੈ ਚੁੱਕੇ ਆ, ਤਾਂ ਉਹ ਤੁਹਾਡੇ ਸਾਰਿਆਂ ਤੱਕ ਵੀ ਪਹੁੰਚਾਵਾਂਗੇ। ਪਰ ਸਾਥੀਓ, ਕੁਝ ਸਾਥੀਆਂ ਨੇ ਉਹ ਵਾਲੇ ਜਿਹੜੀ ਸਟੇਟਮੈਂਟਾਂ ਹੈਗੀਆਂ ਨੇ ਪੈਸੇ ਦੀਆਂ, ਉਹ ਕੁਝ ਦੇਖ ਵੀ ਚੁੱਕੇ ਨੇ। ਸੋ ਉਹਨਾਂ ਦੀ ਮੀਟਿੰਗ ਵੀ ਹੋਈ ਸੀ। ਕਈਆਂ ਸਾਥੀਆਂ ਨੇ ਜ਼ਿਆਦਾ ਦਬਾਅ ਬਣਾਇਆ ਸੀਗਾ ਵੀ ਸਾਨੂੰ ਜਿਹੜੇ ਸਟੇਟਮੈਂਟ ਜਿਹੜੀਆਂ ਨੇ ਉਹ ਦਿਖਾਈਆਂ ਜਾਣ। ਉਹਨਾਂ ਤੱਕਣ ਜਿਹੜੀ ਉਹਨਾਂ ਨੇ ਸਾਰਾ ਕੁਝ ਅਕਾਊਂਟ ਜਿਹੜੇ ਉਹ ਚੈੱਕ ਕਰ ਚੁੱਕੇ ਨੇ, ਤਾਂ ਤੁਹਾਡੇ ਤੱਕ ਵੀ ਜਿਹੜਾ ਹੈ ਉਹ ਸਟੇਟਮੈਂਟਾਂ ਜਿਹੜੀਆਂ ਨੇ, ਨਿਰਮਲ ਦੇ ਨਾਲ ਮੈਂ ਗੱਲਬਾਤ ਕਰੀ ਹੈ ਵੀ ਸਾਨੂੰ ਸਾਰੀਆਂ ਸਟੇਟਮੈਂਟਾਂ ਜਿਹੜੀਆਂ ਨੇ ਉਹ ਡਿਪੋਜ਼ਿਟ ਜਿਹੜੀਆਂ ਕਰਵਾਈਆਂ ਜਾਣ। ਤਾਂ ਉਹਨਾਂ ਨੇ ਆਪਦੇ ਜਿਹੜਾ ਡਿਊਟੀ ਲਗਾਈ ਸੀਗੀ, ਉਹ ਉਹਨਾਂ ਨੇ ਆਦੀ ਪੂਰੀ ਉਹ ਨਿਭਾ ਕੇ ਜਿਹੜੀਆਂ ਸਟੇਟਮੈਂਟਾਂ ਹੈਗੀਆਂ ਨੇ ਉਹ ਉਹਨਾਂ ਨੇ ਕਢਾ ਲਈਆਂ ਨੇ। ਉਹ ਤੁਹਾਡੇ ਤੱਕ ਜਿਹੜੀ ਹੈ ਉਹ ਅਸੀਂ ਜ਼ਰੂਰ ਜਿਹੜੀ ਉਹ ਪਹੁੰਚਾਵਾਂਗੇ। ਤਾਂ ਦੂਸਰੀ ਗੱਲ ਇਹ ਹੈ ਕਿ ਜਿਹੜਾ ਪਿਛਲਾ ਫੰਡ ਜਿਹੜਾ ਇਕੱਠਾ ਹੋਇਆ ਸੀਗਾ ਉਸ ਦੀ ਜਿਹੜੀ ਸਟੇਟਮੈਂਟ ਹੈ ਉਹ ਵੀ ਅਸੀਂ ਕੱਲ ਤੇ ਪਰਸੋਂ ਤੱਕ ਜਿਹੜੀ ਹੈ ਤੁਹਾਨੂੰ ਸਟੇਟਮੈਂਟ ਜਿਹੜੀ ਹੈ ਉਹ ਅਸੀਂ ਦੇ ਦਿਆਂਗੇ। ਤਾਂ ਸਾਥੀਓ, ਹੁਣ ਨਵੇਂ ਫੰਡ ਦੀ ਜਿਹੜੀ ਹੈ ਉਹ ਅੱਗੇ ਜ਼ਰੂਰਤ ਹੈ ਆਪਾਂ ਨੂੰ, ਕਿਉਂਕਿ 2364 ਦਾ ਕੇਸ ਜਿਹੜਾ ਹੈ ਉਹ ਸਿਰਫ ਇੱਕ ਫੰਡ ਦੀ ਕਮੀ ਕਰਕੇ ਜਿਹੜਾ ਉਹ ਲਟਕਿਆ ਹੋਇਆ ਹੈ। ਤਾਂ ਜਲਦੀ ਤੋਂ ਜਲਦੀ ਜਿਹੜੇ ਹੈ ਉਹ ਆਪਣੇ ਪੁਰਾਣੇ ਅਕਾਊਂਟ ਦੇ ਵਿੱਚ ਫੰਡ ਜਿਹੜਾ ਹੈ ਉਹ ਡਿਪੋਜ਼ਿਟ ਜ਼ਰੂਰ ਕਰਵਾਇਆ ਜਾਵੇ। ਤਾਂ ਸਾਥੀਓ, ਜਿਹੜੇ ਓਵਰੇਜ ਵਾਲੇ ਆਪਣੇ ਸਾਥੀ ਹੈਗੇ ਆ, ਜੋ ਆਪਣਾ ਨਵਾਂ ਨੋਟੀਫਿਕੇਸ਼ਨ ਆਉਣਾ ਹੈ ਉਸ ਵਾਸਤੇ ਸਾਡਾ ਜ਼ੋਰ ਜਿਹੜਾ ਉਹ ਲੱਗਿਆ ਹੋਇਆ ਹੈ ਕਿ ਡਿਪਾਰਟਮੈਂਟ ਦੇ ਵਿੱਚ ਵੀ ਸਾਡੀ ਗੱਲ ਚੱਲ ਰਹੀ ਹੈ, ਫੋਨ ਦੇ ਥਰੂ ਵੀ ਚੱਲ ਰਹੀ ਹੈ, ਤੇ ਆਪਣੇ ਸਾਥੀ ਜਿਹੜੇ ਆ ਉਹ ਜਾ ਕੇ ਮਿਲ ਕੇ ਵੀ ਆਏ ਆ ਕੁਝ ਸਾਥੀ ਆਪਣੇ। ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਓਵਰਏਜ ਦਾ ਮਸਲਾ ਜਿਹੜਾ ਹੈ ਉਹ ਹਰਗਿਜ਼ ਜਿਹੜਾ ਉਹ ਪੂਰੀ ਕੋਸ਼ਿਸ਼ ਹੈ ਸਾਡੀ ਵੀ ਉਹ ਹੱਲ ਕਰਵਾਈਏ, ਤਾਂ ਜੋ ਤੁਸੀਂ ਵੀ ਜਿਹੜਾ ਇਹਨਾਂ ਪੋਸਟਾਂ ਦੇ ਵਿੱਚ ਜਿਹੜਾ ਉਹ ਕੰਸੀਡਰ ਜਿਹੜਾ ਉਹ ਹੋ ਸਕੋ। ਤਾਂ ਸਾਥੀਓ, ਤੁਹਾਡੇ ਕੁਝ ਸਵਾਲ ਜਿਹੜੇ ਹੈਗੇ ਆ ਉਹਨਾਂ ਦਾ ਅਸੀਂ ਜਵਾਬ ਵੀ ਜਿਹੜਾ ਹੈ ਉਹ ਜ਼ਰੂਰ ਦੇਵਾਂਗੇ। ਮੈਂ ਤੁਹਾਨੂੰ ਨੈਟਵਰਕ ਦੀ ਬਹੁਤ ਕਮੀ ਹੈ। ਗਗਨ ਅਰੋੜਾ, 635 ਸੁਪਰੀਮ ਕੋਰਟ ਦੇ ਡਿਸੀਜਨ ਤੇ ਡਿਪੈਂਡ ਹੈ। ਜੇ ਉਹ ਫੇਵਰ ਚ ਆਉਂਦੀ ਹੈ ਤਾਂ ਜਲਦੀ ਹੀ CM ਨੂੰ ਲਗਾ ਕੇ ਪੂਰਾ ਕੀਤਾ ਜਾਵੇ। ਬਿਲਕੁਲ ਜੀ, CM ਵੀ ਜਿਹੜੀ ਹੈ ਉਹ ਤਾਂ ਹੀ ਲੱਗੂਗੀ ਜੇਕਰ ਆਪਣੇ ਕੋਲ ਕੋਈ ਪ੍ਰੂਫ ਆਊਗਾ। ਜਦੋਂ ਵੀ ਸੁਪਰੀਮ ਕੋਰਟ ਦੇ ਵਿੱਚ ਕੋਈ ਫੈਸਲਾ ਆਉਂਦਾ ਹੈ ਜਾਂ ਸੁਪਰੀਮ ਕੋਰਟ ਵਿੱਚ ਲੰਬੀ ਡੇਟ ਪੈਂਦੀ ਹੈ, ਸਟੇ ਨਹੀਂ ਹੁੰਦਾ, ਪਰਮਾਤਮਾ ਕਰੇ ਸਟੇ ਨਾ ਹੋਵੇ, ਸਟੇ ਨਹੀਂ ਹੁੰਦਾ। ਪੰਜਾਬ ਦੇ ਵੱਲੋਂ, ਪੰਜਾਬ ਯੂਨੀਅਨ ਦੇ ਵੱਲੋਂ, ਜਿਹੜੀ ETT ਯੂਨੀਅਨ ਦੇ ਵੱਲੋਂ ਵਕੀਲਾਂ ਨਾਲ ਗੱਲਬਾਤ ਜਿਹੜੀ ਉਹ ਕੀਤੀ ਹੋਈ ਹੈ ਕਿ ਆਪਾਂ ਜਿਹੜਾ ਹੈ ਆਪਦੇ ਵੱਲੋਂ ਜਿਹੜਾ CM ਜਿਹੜੀ ਉਹ ਲਗਵਾਵਾਂਗੇ। ਉਹਦੇ 'ਚ ਸਟੇ ਜਿਹੜੀ ਹੈ ਉਹ ਜ਼ਰੂਰ ਜਿਹੜੀ ਆ ਆਪਾਂ ਉਹ ਤੁੜਵਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕਰਨੀ ਹੈ ਕਿ ਨਿਰੋਲ ETT ਵਾਲਿਆਂ ਨੂੰ ਜਿਹੜੀ ਹੈ ਉਹ ਸਾਰਿਆਂ ਨੂੰ ਜਿਹੜੇ ਹੈ ਅਪੁਆਇੰਟਮੈਂਟ ਲੈਟਰਾਂ ਜਿਹੜੀਆਂ ਉਹ ਮਿਲ ਜਾਣ। CM ਜਿਹੜੀ ਹੈ ਉਹ ਆਪਾਂ ਜਿਹੜੀ ਹੈ ਜ਼ਰੂਰ ਲਗਾਵਾਂਗੇ, ਚਾਹੇ ਉਹ ਸੁਪਰੀਮ ਕੋਰਟ ਦੇ ਵਿੱਚ ਤਰੀਕ ਅੱਗੇ ਲੰਬੀ ਪੈਂਦੀ ਹੈ, ਤੇ ਪਰ ਫਿਰ ਆਪਣਾ ਜਿਹੜਾ ਹੈ ਉਹ ਉੱਥੇ ਜਿਹੜੀ ਹੈ CM ਜਿਹੜੀ ਜ਼ਰੂਰ ਲਗਾ ਕੇ ਆਪਾਂ ਜਿਹੜੀ ਹੈ ਤਰੀਕ ਨੇੜੇ ਲੈ ਕੇ ਆਵਾਂਗੇ। ਦੇਖੋ ਪੰਕਜ ਕੰਬੋਜ ਬਾਈ, ਯਾਰ ਤੁਸੀਂ ਰਾਜਸਥਾਨ ਵਾਲੇ ਅਕਾਊਂਟ 'ਚ ਹੀ ਪਵਾਓ ਫੰਡ ਸਾਰਾ, ਕਿਉਂਕਿ ਸੁਪਰੀਮ ਕੋਰਟ ਦੇ ਡਿਸੀਜਨ ਤੇ ਅਪਲਾਈ। ਦੇਖੋ ਸਾਥੀਓ, ਮੈਂ ਤੁਹਾਨੂੰ ਇਸ ਗੱਲ ਦਾ ਇੱਕ ਪੰਕਜ ਜੀ ਜਵਾਬ ਦਿੰਦਾ ਕਿ ਪਹਿਲਾਂ ਵੀ ਆਪਾਂ ਰਾਜਸਥਾਨ ਦੀ ਹੈਲਪ ਕਰ ਰਹੇ ਹਾਂ, ਰਾਜਸਥਾਨ ਤੱਕ ਆਪਣਾ ਫੰਡ ਜਿਹੜਾ ਉਹ ਪਹੁੰਚ ਰਿਹਾ ਹੈ,
ਪਰ ਜਿਹੜੀ ਅਗਲੀ ਹੀਅਰਿੰਗ ਆਊਗੀ ਉਸ ਤੋਂ ਨਾਲ ਦੀ ਨਾਲ ਆਪਾਂ ਨੂੰ ਫੰਡ ਉਹਨਾਂ ਨੂੰ ਆਪਾਂ ਨੂੰ ਪਤਾ ਕਿਵੇਂ ਚੱਲੂਗਾ ਕਿ ਆਪਾਂ ਉਹਨਾਂ ਤੱਕ ਫੰਡ ਕਿੰਨਾ ਪਹੁੰਚਾ ਰਹੇ ਹਾਂ। ਸੋ ਸਿੱਧੇ ਤੌਰ ਤੇ ਪਹੁੰਚਾਉਣ ਦੀ ਬਜਾਏ ਆਪਣਾ ਜਿਹੜਾ ਅਕਾਊਂਟ ਜਿਹੜਾ ਚੱਲ ਰਿਹਾ ਉਸ ਅਕਾਊਂਟ ਦੇ ਵਿੱਚ ਮੈਂ ਗੱਲ ਕਰ ਰਿਹਾ ਵੀ ਉਸ ਅਕਾਊਂਟ ਦੇ ਵਿੱਚ ਫੰਡ ਜਿਹੜਾ ਡਿਪੋਜ਼ਿਟ ਕਰਾਇਆ ਜਾਵੇ। ਜਿਹੜੇ ਆਪਣੇ ਪੰਜਾਬ ਦੇ ਵਿੱਚ ਭਰਤੀ ਜਿਵੇਂ ਰੁਕੀ ਹੋਈ ਹੈ 2364 ਆਪਾਂ ਉਸ ਨੂੰ ਵੀ ਜਿਹੜਾ ਬਹਾਲ ਕਰਾਉਣਾ ਹੈ। ਸੋ ਇਸ ਲਈ ਮੇਰੀ ਬੇਨਤੀ ਇਹ ਹੈ ਕਿ ਜੇਕਰ ਆਪਣੇ ਕੋਲ ਫੰਡ ਵਾਧੂ ਹੋਊਗਾ ਤਾਂ ਰਾਜਸਥਾਨ ਵਾਲੇ ਸਾਥੀਆਂ ਦੇ ਵੀ ਨਾਲ ਹੈਲਪ ਕੀਤੀ ਜਾਵੇਗੀ, ਜਿੰਦੇ ਵਿੱਚ ਆਪਣਾ ਵੀ ਫਾਇਦਾ ਹੋਊਗਾ। ਜੇਕਰ ਆਪਣੇ ਕੋਲ ਫੰਡ ਵਾਧੂ ਹੁੰਦਾ ਹੈ ਤਾਂ ਆਪਾਂ ਉਹ ਪੂਰਾ ਸ਼ੋਅ ਕਰਕੇ ਕਿ ਪੰਜਾਬ ਦੀ ਯੂਨੀਅਨ ਦੇ ਵੱਲੋਂ ਜਿਹੜਾ ਹੈ, ਪੰਜਾਬ ਦੇ ਜਿਹੜੇ ਈਟੀਟੀ ਵੱਲੋਂ ਸਾਥੀਆਂ ਦੇ ਵੱਲੋਂ ਜਿਹੜਾ ਹੈ ਉਹ ਰਾਜਸਥਾਨ ਵਾਲੇ ਸਾਥੀਆਂ ਦੀ ਹੈਲਪ ਕੀਤੀ ਜਾ ਰਹੀ ਹੈ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਹੜੀ ਡਿਸੀਜਨ ਸੰਬੰਧੀ ਚੀਜ਼ਾਂ ਬਿਲਕੁਲ ਜੀ, ਜਾਲੀ ਡਿਗਰੀਆਂ ਦੇ ਵਿੱਚ ਲਿਖਿਆ ਹੋਇਆ ਸੀਗਾ ਇੱਕ ਸਾਥੀ ਦਾ ਵੀ ਉਹਦੀ ਆਰਟੀਆਈ ਰਾਹੀਂ ਪ੍ਰੂਫ ਡਿਟੇਲ ਲਈ ਕੇ ਤੇਰਾ ਪਰਦਾਫਾਸ਼ ਕੀਤਾ ਜਾਊਗਾ, ਤੇਰੇ ਤੇ 420 ਦਾ ਪਰਚਾ ਕਰਵਾਇਆ ਜਾਊਗਾ। ਬਿਲਕੁਲ ਜੀ, ਜੇਕਰ ਜਾਲੀ ਪਾਇਆ ਜਾਂਦਾ ਹੈ ਕੋਈ ਵੀ ਨਹੀਂ ਬਖਸ਼ਿਆ ਜਾਊਗਾ। ਇਸ ਗੱਲ ਦੀ ਕਿਸ ਨੂੰ ਤੁਸੀਂ ਚੇਤਾਵਨੀ ਦੇ ਰਹੇ ਹੋ? ਮੈਂ ਤੁਹਾਡੀ ਹਰੇਕ ਗੱਲ ਦਾ ਜਿਹੜਾ ਹੈ ਉਹ ਜਵਾਬ ਦੇਵਾਂਗਾ। ਤਾਂ ਸਾਥੀਓ ਘਬਰਾਉਣ ਦੀ ਲੋੜ ਨਹੀਂ ਗੀ। ਪਹਿਲਾਂ ਵੀ ਖੜੇ ਆ, ਸੱਚਾਈ ਤੇ ਖੜੇ ਆ ਤੇ ਅੱਜ ਵੀ ਖੜੇ ਆ। ਤਾਂ ਮੇਰੀ ਸਭ ਤੋਂ ਪਹਿਲਾਂ ਇਹੋ ਹੀ ਬੇਨਤੀ ਹੈ, ਅਪੀਲ ਹੈ, ਜੇਕਰ ਲੜਾਈ ਦੇ ਵਿੱਚ ਕੁੱਦੇ ਆ, ਸੰਘਰਸ਼ ਦੇ ਵਿੱਚ ਕੁੱਦੇ ਆ ਤੇ ਪਿੱਛਾ ਨਹੀਂ ਹਟਾਂਗੇ। ਚਾਹੇ ਜੋ ਮਰਜ਼ੀ ਹੋ ਜਾਵੇ, ਚਾਹੇ ਉਹ ਕੋਰਟ ਦੇ ਫੈਸਲੇ ਹੋਣ, ਚਾਹੇ ਉਹ ਮੈਦਾਨੀ ਸੰਘਰਸ਼ ਦੀ ਲੜਾਈ ਹੋਵੇ। ਨਾ ਹੀ ਪਹਿਲਾਂ ਇਹ ਚੀਜ਼ ਨੂੰ ਸੋਚ ਕੇ ਅੱਗੇ ਲੱਗੇ ਸੀਗੇ ਕਿ ਆਦੀ ਨਿੱਜੀ ਜਿਹੜੀ ਹੈ ਜੌਬ ਲੈਣ ਦੇ ਲਈ, ਪਰ ਇਹ ਸਾਡਾ ਮਕਸਦ ਜਿਹੜਾ ਹੈ ਹੁਣ ਅੱਗੇ ਹੀ ਜਿਹੜਾ ਉਹ ਵੱਧ ਚੁੱਕਿਆ ਹੈ। ਸੋ ਮੈਂ ਸਾਰੇ ਸਾਥੀਆਂ ਦੇ ਅੱਗੇ ਇਹ ਅਪੀਲ ਕਰਾਂਗਾ ਕਿ ਕਿਸੇ ਉਹਨਾਂ ਦੇ ਵੱਲੋਂ ਜਿਹੜੇ ਤੁਹਾਨੂੰ ਇਗਨੋਰ ਕਰ ਰਹੇ, ਜਿਹੜੇ ਤੁਹਾਨੂੰ ਹੋਰ ਗੱਲਾਂ ਦੇ ਵਿੱਚ ਲਿਆ ਕੇ ਗੁੰਮਰਾਹ ਕਰ ਰਹੇ ਨੇ, ਉਹਨਾਂ ਦੇ ਵੱਲ ਤੁਸੀਂ ਧਿਆਨ ਨਹੀਂ ਦੇਣਾ, ਉਹਨਾਂ ਨੂੰ ਇਗਨੋਰ ਕਰਨਾ ਹੈ। ਕਿਉਂਕਿ ਸਾਥੀਓ ਸਾਡਾ ਵੀ ਜਿਹੜਾ 3 ਤੋਂ 4 ਸਾਲ ਦਾ ਜਿਹੜਾ ਉਹ ਤਜਰਬਾ ਹੋ ਚੁੱਕਿਆ ਹੈ, ਯੂਨੀਅਨ ਦੇ ਵਿੱਚ ਖੜੇ ਆ ਤੇ ਕਦੇ ਵੀ ਜੇਕਰ ਮੇਰੇ ਤੋਂ ਅੱਖਾਂ ਤੋਂ ਓਹਲੇ ਹੋ ਕੇ ਕਿਸੇ ਨੇ ਕੋਈ ਗਲਤ ਕੀਤਾ ਹੋਵੇ ਉਸ ਦਾ ਮੈਂ ਕੋਈ ਜ਼ਿੰਮੇਵਾਰ ਨਹੀਂਗਾ। ਪਰ ਮੈਂ ਆਦੇ ਸਾਹਮਣੇ ਕਦੇ ਵੀ ਕਿਸੇ ਨੂੰ ਨਾ ਹੀ ਗਲਤ ਹੋਣ ਦਿਆਂਗੇ ਤੇ ਨਾ ਹੀ ਗਲਤ ਕਰਾਂਗਾ। ਕਿਉਂਕਿ ਸਾਥੀਓ ਇਹ ਜ਼ਿੰਮੇਵਾਰੀ ਜਿਹੜੀ ਹੈ ਅੱਜ ਤੋਂ 4 ਸਾਲ ਪਹਿਲਾਂ ਤੁਸੀਂ ਦਿੱਤੀ ਸੀਗੀ, ਪਰ ਸਾਥੀਓ ਤੁਹਾਡੇ ਨਾਲ ਖੜੇ ਆ ਤੇ ਹੁਣ ਵੀ ਖੜੇ ਆ। ਜਦੋਂ ਬੁਲਾਓਗੇ ਉਦੋਂ ਹੀ ਤੁਹਾਡੇ ਨਾਲ ਖੜੇ ਆ। ਇੱਕ ਦਿਨ ਜਿਹੜੀ ਹੈ ਇਹ ਜੰਗ ਜਿਹੜੀ ਹੈ ਉਹ ਆਪਾਂ ਸਾਰੇ ਸਾਥੀਆਂ ਨੇ ਰਲ ਕੇ ਜਿੱਤਣੀ ਹੈ। ਤਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਗਰੁੱਪਾਂ ਦੇ ਵਿੱਚ ਲੜਨ ਦੀ ਬਜਾਏ ਭਰਤੀਆਂ ਨੂੰ ਕੰਪਲੀਟ ਕਰਨ ਵਾਸਤੇ ਡਿਸਕਸ ਜਿਹੜੀ ਹੈ ਉਹ ਜ਼ਰੂਰ ਕਰਿਆ ਕਰੋ। ਪਰ ਇਹ ਨਾ ਹੋਵੇ ਕਿ ਆਪਸ ਦੇ ਵਿੱਚ ਹੀ ਲੜ ਕੇ ਕਿ ਤੀਸਰਾ ਬੰਦਾ ਕੋਈ ਜਿਹੜਾ ਹੈ ਉਹ ਤੁਹਾਡਾ ਫਾਇਦਾ ਜਿਹੜਾ ਉਹ ਉਠਾ ਸਕੇ। ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਸੰਘਰਸ਼ ਦੇ ਵਿੱਚ ਮੈਦਾਨੀ ਜਿਹੜੀ ਜੰਗ ਜਿਹੜੀ ਹੈ ਤੁਸੀਂ ਲੜੀ ਹੈ, ਉਸੇ ਤਰੀਕੇ ਦੇ ਨਾਲ ਹੀ ਤੁਸੀਂ ਜਿਹੜੀ ਹੈ ਉਹ ਹੁਣ ਕੋਰਟ ਦੇ ਵਿੱਚ ਵੀ ਜਿਹੜੀ ਹੈ ਉਹ ਸੰਘਰਸ਼, ਉਹ ਵੀ ਇੱਕ ਸੰਘਰਸ਼ ਹੈ। ਉਹ ਇੱਕ ਧੀਰਜ ਰੱਖਣ ਵਾਲਾ, ਜਿਹੜਾ ਹੌਸਲਾ ਰੱਖਣ ਵਾਲਾ, ਠਰਮਾ ਰੱਖਣ ਵਾਲਾ ਜਿਹੜਾ ਉਹ ਹੈਗਾ। ਕਿਉਂਕਿ ਇਹ ਫੈਸਲੇ ਜਿਹੜੇ ਨੇ ਉਹ ਲੰਬੇ ਵੀ ਹੋ ਸਕਦੇ ਨੇ ਤੇ ਬਹੁਤ ਜਲਦੀ ਵੀ ਆ ਸਕਦੇ ਨੇ। ਪਰ ਕੀ ਹੈ, ਉਸ ਵਾਸਤੇ ਆਪਾਂ ਨੂੰ ਜਿਹੜਾ ਹੈ ਉਹ ਸਬਰ ਜਿਹੜਾ ਹੈ ਉਹ ਥੋੜਾ ਜਿਹੜਾ ਉਹ ਰੱਖਣਾ ਪਊਗਾ। ਕਿਉਂਕਿ ਸਾਥੀਓ ਮੈਂ ਵੀ ਇਸ ਚੀਜ਼ ਨੂੰ ਮੰਨਦਾ ਕਿ 5 ਸਾਲ ਆਪਾਂ ਨੂੰ ਹੋ ਚੱਲੇ ਨੇ ਕਿ ਆਪਾਂ ਨੂੰ ਹਜੇ ਤੱਕ ਪ੍ਰਾਪਤੀ ਕੁਝ ਨਹੀਂ ਹੋਈ। ਭਰਤੀ ਤਾਂ ਲੈ ਲਈਆਂ ਨੇ ਪਰ ਆਪਾਂ ਨੂੰ ਕੋਲ ਕੋਈ ਵੀ ਟੀਚਰ ਜਿਹੜਾ ਹਜੇ ਤੱਕ ਜੌਬ ਤੇ ਨਹੀਂ ਲੱਗ ਪਾਇਆ। ਪਰ ਸਾਥੀਓ ਕੁਝ ਇਸ ਤਰ੍ਹਾਂ ਦੇ
ਰੂਲਸ ਆਉਣ ਕਰਕੇ ਜਿਹੜੀਆਂ ਆਪਣੀਆਂ ਭਰਤੀਆਂ ਜਿਹੜੀਆਂ ਉਹ ਰੋਗੀਆਂ ਨੇ। ਸੋ ਸਾਥੀਓ, ਇਹ ਭਰਤੀਆਂ ਆਪਾਂ ਜਿਹੜੀਆਂ ਹਰ ਹਾਲਤ ਵਿੱਚ ਜਿਹੜੀਆਂ ਉਹ ਕੰਪਲੀਟ ਕਰਾਉਣੀਆਂ ਨੇ, ਪਰ ਉਹ ਕੋਈ ਇਕੱਲਾ ਇਨਸਾਨ ਨਹੀਂ ਕਰਵਾ ਸਕਦਾ, ਕਿ ਚਾਹੇ ਉਹ ਜਿੱਡਾ ਕੋ ਮਰਜ਼ੀ ਹੋਵੇ, ਪਰ ਉਹ ਜਿੰਨੀ ਦੇਰ ਤੱਕ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਨਾ ਮਾਰਾਂਗੇ ਉਨੀ ਦੇਰ ਤੱਕ ਇਹ ਕੰਪਲੀਟ ਨਹੀਂ ਹੋਣੀਆਂ। ਸਭ ਤੋਂ ਵੱਡਾ ਹਮਲਾ ਜਿਹੜਾ ਹੈਗਾ ਹੁਣ ਉਹ ਫੰਡ ਦਾ ਹੈ। ਉਹ ਹਮਲਾ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਪੋਸਟਾਂ ਨੂੰ ਬਚਾਉਣ ਦਾ ਹੈ। ਉਹ ਜਿਹੜੀ ਹਾਈ ਕੋਰਟ ਦੇ ਵਿੱਚ 2364 ਪੋਸਟਾਂ ਨੂੰ ਜਿਹੜਾ ਉਹ ਹਮਲਾ ਜਿਹੜਾ ਉਹ ਉਹਨਾਂ ਨੂੰ ਬਚਾਉਣ ਦਾ ਹੈ, ਨਾ ਕਿ ਕਿਸੇ ਦੇ ਗੱਲਾਂ ਦੇ ਵਿੱਚ ਗੁੰਮਰਾਹ ਹੋ ਕੇ ਉਹਨਾਂ ਦੇ ਪਿੱਛੇ ਲੱਗ ਕੇ ਜੇਕਰ ਆਪਾਂ ਆਦਾ ਜਿਹੜਾ ਸਮਾਂ ਜਿਹੜਾ ਉਹ ਬਰਬਾਦ ਕਰਵਾਵਾਂਗੇ। ਕਿਉਂਕਿ ਪਿਛਲੇ ਤਕਰੀਬਨ 15-20 ਦਿਨਾਂ ਦੇ ਵਿੱਚ ਜਿਹੜੇ ਉਹ ਆਪਣਾ 2364 ਦਾ ਜਿਹੜਾ ਮਸਲਾ ਸੀਗਾ ਉਹ ਤਾਂ ਹੀ ਰੁਕਿਆ ਆਉਂਦਾ ਹੈ ਕਿ ਆਪਣੇ ਕੋਲ ਫੰਡ ਦੀ ਬਹੁਤ ਜ਼ਿਆਦਾ ਜਿਹੜੀ ਉਹ ਕਮੀ ਸੀਗੀ। ਕਿਉਂਕਿ ਜਿਹੜਾ ਆਪਣਾ ਫੰਡ ਸਿੱਧੇ ਤੌਰ ਤੇ ਵੀ ਰਾਜਸਥਾਨ ਨੂੰ ਜਾਂਦਾ ਰਿਹਾ, ਤੇ ਆਪਾਂ ਇੱਥੇ ਪੰਜਾਬ ਦੇ ਵਿੱਚ ਵੀ ਜਿਹੜਾ ਆਪਣੇ ਕੋਲ ਫੰਡ ਸੀਗਾ ਉਹ ਆਪਾਂ ਸਾਰਾ ਜਿਹੜਾ ਉਹ ਰਾਜਸਥਾਨ ਦੇ ਹੈਲਪ ਕਰਨ ਦੇ ਲਈ ਜਿਹੜਾ ਉਹਨਾਂ ਨੂੰ ਡਿਪੋਜ਼ਿਟ ਕਰਵਾ ਦਿੱਤਾ ਗਿਆ ਸੀਗਾ। ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਜਿਹੜੇ ਆਪਣਾ ਪੰਜਾਬ ਦਾ ਅਕਾਊਂਟ ਪਹਿਲਾਂ ਚੱਲ ਰਿਹਾ ਹੈ ਉਹਦੇ ਵਿੱਚ ਵੀ ਤੁਸੀਂ ਜਿਹੜਾ ਇੱਕ ਵਾਰ ਡਿਪੋਜ਼ਿਟ ਕਰਾਉਣਾ, ਸਿੱਧੇ ਤੌਰ ਤੇ ਫੰਡ ਡਿਪੋਜ਼ਿਟ ਨਹੀਂ ਕਰਵਾਉਣਾ, ਕਿਉਂਕਿ ਸਾਨੂੰ ਵੀ ਪਤਾ ਚੱਲੇ ਕਿ ਸਾਡੇ ਅਕਾਊਂਟ ਦੇ ਵਿੱਚ ਕਿੰਨਾ ਪੈਸਾ ਆ ਚੁੱਕਿਆ ਹੈ। ਜੇਕਰ ਖੁੱਲਾ ਪੈਸਾ ਹੋਊਗਾ ਤਾਂ ਅਸੀਂ ਵਕੀਲਾਂ ਨੂੰ ਜਿਹੜਾ ਉਹਨਾਂ ਨੂੰ ਪੈਸੇ ਜਿਹੜੇ 3.25 ਲੱਖ ਰੁਪਏ 2364 ਵਾਲੇ ਨੂੰ ਵੀ ਕੰਪਲੀਟ ਕਰਕੇ ਦੇਣੇ ਆ, ਤੇ ਸੁਪਰੀਮ ਕੋਰਟ ਦੇ ਵਿੱਚ ਰਾਜਸਥਾਨ ਵਾਲਿਆਂ ਦੀ ਹੈਲਪ ਕਰਨੀ ਹੈ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਲੱਗ ਹੀਅਰਿੰਗ ਤੇ ਅਲੱਗ ਤੌਰ ਤੇ ਜਿਹੜੇ ਆ ਉਹਨਾਂ ਨੂੰ ਪੈਸੇ ਜਿਹੜੇ ਆ ਉਹ ਦੇਣੇ ਪੈਂਦੇ ਆ। ਕਿਉਂਕਿ ਜਿਹੜੇ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਪਤਾ ਹੈ ਕਿ ਹਾਈ ਕੋਰਟ ਦੇ ਵਿੱਚ ਇੱਕ ਵਾਰ ਹੀ ਫੀਸ ਜਿਹੜੀ ਵਕੀਲ ਦੀ ਦਿੱਤੀ ਜਾਂਦੀ ਹੈ, ਤਾਂ ਵਾਰ-ਵਾਰ ਜਿਹੜੀ ਹੈ ਉਹਨਾਂ ਨੂੰ ਫੀਸ ਨਹੀਂ ਦੇਣੀ ਹੁੰਦੀ, ਚਾਹੇ ਉਹ ਅੱਗੇ ਜਿੰਨੀਆਂ ਮਰਜ਼ੀ ਤਰੀਕਾ ਪੈ ਜਾਣ। ਪਰ ਸਾਥੀਓ, ਜਿਹੜੀ ਸੁਪਰੀਮ ਕੋਰਟ ਦੇ ਵਿੱਚ ਹੈ ਉਹ ਹਰ ਹੀਅਰਿੰਗ ਦੀ ਜਿਹੜੀ ਹੈ ਉਹਨਾਂ ਨੂੰ ਇੱਕ ਦੁਬਾਰਾ ਜਿਹੜੀ ਹੈ ਨਵਾਂ ਫੰਡ ਜਿਹੜਾ ਹੈ, ਨਵੀਂ ਫੀਸ ਜਿਹੜੀ ਹੈ ਉਹਨਾਂ ਨੂੰ ਡਿਪੋਜ਼ਿਟ ਕਰਾਉਣੀ ਪੈਂਦੀ ਹੈ, ਤਾਂ ਹੀ ਅਗਲੀ ਹੀਅਰਿੰਗ ਜਿਹੜੀ ਹੈ ਉਹ ਹੁੰਦੀ ਹੈ। ਸੋ ਸਾਥੀਓ, ਜੁੜੇ ਰਹੋ ਤੇ ਇਹ ਲੜਾਈ ਜਿਹੜੀ ਹੈ ਉਹ ਜਾਰੀ ਹੈ। ਸਰਕਾਰ, ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ ਕਿ ਸਾਥੀਓ ਰੈਡੀ ਰਹੋ, ਸਮਾਂ ਬਹੁਤ ਨੇੜੇ ਆ ਗਿਆ। ਜੇਕਰ ਸਰਕਾਰ ਅੱਗੇ ਕਾਂਗਰਸ ਆ ਗਈ ਸੀਗੀ, ਉਹਨਾਂ ਨਾਲ ਤੁਸੀਂ ਲੜ ਕੇ ਤਾਂ ਪੋਸਟਾਂ ਕਢਾਈਆਂ ਨੇ, ਤਾਂ ਸਭ ਤੋਂ ਪਹਿਲਾਂ ਜਿਹੜੀ ਵੀ ਕੋਈ ਸਰਕਾਰ ਆਉਂਦੀ ਹੈ ਉਹਨਾਂ ਨਾਲ ਮੀਟਿੰਗ ਤੇ ਬੈਠ ਕੇ ਜਿਹੜੀ ਉਹ ਗੱਲਬਾਤ ਕੀਤੀ ਜਾਊਗੀ ਕਿ ਸਾਡਾ ਹੱਲ ਕਰ ਦਿਓ, ਨਹੀਂ ਤਾਂ ਸਾਡਾ ਪੁਰਾਣਾ ਇਤਿਹਾਸ ਜਿਹੜਾ ਹੈ ਉਹ ਤੁਸੀਂ ਜਾਣਦੇ ਹੋ। ਕਿਉਂਕਿ ਨਾ ਹੀ ਅਸੀਂ ਟੈਂਕੀਆਂ ਤੇ ਚੜ੍ਹਨਾ ਭੁੱਲੇ ਆ, ਨਾ ਹੀ ਅਸੀਂ ਟਾਵਰਾਂ ਤੇ ਚੜ੍ਹਨਾ ਭੁੱਲੇ ਆ, ਨਾ ਹੀ ਅਸੀਂ ਸੜਕਾਂ ਨੂੰ ਜਾਮ ਕਰਨਾ ਭੁੱਲੇ ਆ। ਸਾਨੂੰ ਸਾਰੇ ਜਿਹੜੇ ਹੈ ਉਹ ਕਾਂਗਰਸ ਸਰਕਾਰ ਜਿਹੜੀ ਹੈ ਉਹ ਸਾਨੂੰ ਪ੍ਰੈਕਟਿਸ ਜਿਹੜੀ ਉਹ ਕਰਵਾ ਗਈ ਹੈ, ਪਰ ਆਉਣ ਵਾਲੀ ਸਰਕਾਰ ਜਿਹੜੀ ਹੋਊਗੀ ਉਸ ਦੇ ਕੋਲ ਉਹ ਭਲੀ ਬਾਤ ਜਿਹੜੀ ਹੈ ਉਹਦੇ ਨਾਲ ਪਹਿਲਾਂ ਬੈਠ ਕੇ ਮੀਟਿੰਗ ਕੀਤੀ ਜਾਊਗੀ। ਜੇਕਰ ਨਹੀਂ ਹੱਲ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਥੀਓ ਤਿਆਰ ਹੋ ਜਾਓ, ਬਹੁਤ ਸਮਾਂ ਜਿਹੜਾ ਨੇੜੇ ਆ ਗਿਆ ਹੈ, ਰੈਡੀ ਹੋ ਜਾਓ। ਅੱਜ ਤੋਂ ਹੀ ਆਦੇ ਜਿਹੜੇ ਹੈ ਉਹ ਪ੍ਰਬੰਧ ਕਰਨੇ ਜਿਹੜੇ ਹੈ ਉਹ ਜਿਹੜੀ ਹੈ ਤਿਆਰੀ ਐਕਸਰਸਾਈਜ਼ ਕਰਨੀ ਜਿਹੜੀ ਹੈ ਉਹ ਸ਼ੁਰੂ ਕਰ ਦਿਓ, ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਆਉਣ ਵਾਲੀ ਸਰਕਾਰ ਦੇ ਨਾਲ ਜਿਹੜੀ ਹੈ ਉਹ ਟੱਕਰ ਲੈਣੀ ਹੈ। ਆਪਦੀਆਂ ਭਰਤੀਆਂ ਜਿਹੜੀਆਂ ਨੇ ਉਹ ਕੰਪਲੀਟ ਕਰਾਉਣੀਆਂ ਨੇ, ਪਿੱਛੇ ਨਹੀਂ ਹਟਾਂਗੇ, ਚਾਹੇ ਜਿੰਨਾ ਮਰਜ਼ੀ ਆਪਾਂ ਨੂੰ ਹੋਰ ਸੰਘਰਸ਼ ਕਰਨਾ ਪਵੇ। ਕਿਉਂਕਿ ਸੰਘਰਸ਼ ਕਰਕੇ ਪੋਸਟਾਂ ਲਈਆਂ ਨੇ, ਤੇ ਚਾਹੇ ਆਪਾਂ ਨੂੰ ਹੋਰ ਵੀ ਸੰਘਰਸ਼ ਕਰਨਾ ਪਵੇ, ਕੋਈ ਗੱਲ ਨਹੀਂਗਾ। ਇਹ ਸਾਨੂੰ ਜਿਹੜਾ ਹੈ ਉਹ ਦਿਨ ਰਾਤ ਜਿਹੜਾ ਸਰਕਾਰਾਂ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਧਰਨੇ ਲਗਾਉਣੇ ਆ, ਇਸ ਦੇ ਵਿੱਚ ਕੋਈ ਵੀ ਜਿਹੜੀ ਹੈ ਉਹ ਨਿਗਹਿਲੀ ਜਿਹੜੀ ਉਹ ਨਹੀਂ ਅਸੀਂ ਕਰਾਂਗੇ। ਤਾਂ ਸਾਥੀਓ, ਹੁਣ ਦਾ ਜਿਹੜਾ ਸਮਾਂ ਹੈ ਉਹ ਸਿਰਫ ਕੋਰਟ ਦੇ ਵਿੱਚ ਹੀ ਜਿਹੜੇ ਆਪਣੇ ਭਰਤੀਆਂ ਲਟਕੇ ਹੋਏ ਨੇ ਉਹਦੇ ਨਾਲ ਹੀ ਜਿਹੜੀ ਆਪਾਂ ਲੜਾਈ ਲੜਨੀ ਹੈ। ਉਹਦੇ 'ਚ ਸਿਰਫ ਆਪਾਂ ਨੂੰ ਫੰਡ ਦੀ, ਵਕੀਲਾਂ ਦੀ ਜਿਹੜੀ ਆ ਉਹ ਜ਼ਰੂਰਤ ਪੈਂਦੀ ਹੈ। ਮੈਂ ਇਹ ਤੁਹਾਡੇ ਅੱਗੇ ਬੇਨਤੀ ਕਰਨ ਲਈ ਆਇਆ ਕਿ ਤੁਸੀਂ ਸਾਰੇ ਸਾਥੀ ਜਿਹੜੇ ਆ ਉਹ ਸਾਥ ਦਿਓ, ਤੇ ਜਲਦੀ ਆਪਾਂ ਜਿਹੜੀਆਂ ਨੇ ਉਹ ਫੀਸਾਂ ਜਿਹੜੀਆਂ ਆਪਣੀ ਬਕਾਇਆ ਰਹਿੰਦੀਆਂ ਨੇ ਉਹ ਆਪਾਂ ਵਕੀਲਾਂ ਤੱਕ ਪਹੁੰਚਾ ਸਕੀਏ, ਰਾਜਸਥਾਨ ਵਾਲੇ ਸਾਥੀਆਂ ਦੀ ਜਿਹੜੀ ਹੋਰ ਮਦਦ ਕਰ ਸਕੀਏ। ਤੁਸੀਂ ਵੱਧ ਤੋਂ ਵੱਧ ਜਿਹੜਾ ਉਹ ਫੰਡ ਜਿਹੜਾ ਡਿਪੋਜ਼ਿਟ ਕਰਾਓ, ਤਾਂ ਜੋ ਆਪਾਂ ਜਲਦੀ ਤੋਂ ਜਲਦੀ ਜਿਹੜਾ ਉਹ ਸਫਲ ਹੋ ਸਕੀਏ। ਤੇ ਜਿਹੜੀ 5994 ਭਰਤੀ ਹੈਗੀ ਹੈ ਸਾਥੀਓ, ਉਹਦਾ ਨੋਟੀਫਿਕੇਸ਼ਨ ਵੀ ਆਪਾਂ ਜਿਹੜਾ ਹੈ ਬਹੁਤ ਜਲਦ ਜਿਹੜਾ ਹੈ ਉਹ ਮਾਰਚ ਦੇ ਵਿੱਚ ਹੀ ਜਿਹੜਾ ਹੈ ਉਹ ਆਪਾਂ ਨੋਟੀਫਿਕੇਸ਼ਨ ਜਿਹੜਾ ਹੈ ਉਹ ਸਰਕਾਰ ਕੋਲੋਂ ਜਿਹੜਾ ਡਿਪਾਰਟਮੈਂਟ ਦੇ ਕੋਲੋਂ ਜਿਹੜਾ ਹੈ ਉਹ ਅਸੀਂ ਅਨਾਉਂਸ ਜਿਹੜਾ ਉਹ ਕਰਵਾਉਣਾ ਹੈ, ਪੋਰਟਲ ਉਸ ਦਾ ਜਿਹੜਾ ਉਹ ਖੁਲਵਾਉਣਾ ਹੈ, ਤਾਂ ਜੋ ਸਾਡੇ +2 ਵਾਲੇ ਜਿਹੜੇ ਸਾਥੀ ਹੈ ਉਹ ਕੰਸੀਡਰ ਹੋ ਸਕਣ ਇਸ ਭਰਤੀ ਦੇ ਵਿੱਚ। ਸੋ ਸਾਰੇ ਸਾਥੀਆਂ ਦਾ ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।